This is Amrinder Brad from White Star Communication Services Peacock। ਅੱਜ ਬੜਾ ਸੁਭਾਗਾ ਸਮਾਂ ਹੈ ਜੀ ਸਾਡੇ ਨਾਲ ਜਿਹੜਾ ਹੈ ਮਿਸਟਰ ਦੀਪਕ ਸ਼ਰਮਾ ਜੋ ਕਿ IBU ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦੇ ਆ। IBU ਯੂਨੀਵਰਸਿਟੀ ਟੋਰਾਂਟੋ ਬੇਸਡ ਹੈਗੀ ਹੈ ਜੀ ਕੈਨੇਡਾ। ਬਸ ਸਾਡੇ ਨਾਲ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਸਰ ਜੀ ਐਂਡ ਧੰਨਵਾਦ ਸੋ ਮਚ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਇਟਸ ਓਕੇ, ਆਲਵੇਜ਼ ਵੈਲਕਮ ਸਰ। ਥੈਂਕ ਯੂ ਸਰ। ਅਸੀਂ ਲਾਈਕ ਇਹਦੇ ਤੇ ਆਪਾਂ ਜ਼ਿਆਦਾ ਦੱਸਣਾ ਚਾਹੁੰਦੇ ਬੱਚਿਆਂ ਨੂੰ। ਦੇਖੋ ਮੋਸਟਲੀ ਰਾਈਟ ਨਾਓ ਕੈਨੇਡਾ ਨੂੰ ਲੈ ਕੇ ਆਪਾਂ ਨੂੰ ਪਤਾ ਹੈ ਕਿ ਪਿੱਛੇ ਜੇ ਕਾਫੀ ਸਕਸੈਸ ਰੇਟ ਵੀ ਘਟ ਗਿਆ ਸੀਗਾ ਐਂਡ ਬਹੁਤ ਸਾਰੀਆਂ ਮੇਜਰ ਚੇਂਜਸ ਹੋਈਆਂ ਉਹ ਪੋਸਟ ਸਟੱਡੀ ਵਰਕ ਪਰਮਿਟ ਨੂੰ ਲੈ ਕੇ ਬੱਚਿਆਂ ਦੇ ਐਂਡ ਮਤਲਬ ਸਪਾਊਸਿਸ ਦੇ ਕੁਛ ਲਾਈਕ ਜਿਹੜਾ ਹੈਗਾ ਐਲੀਜੀਬਲ ਨਹੀਂ ਕੋਰਸਿਸ ਰਹੇ। ਸੋ ਕਾਫੀ ਸਾਰੀ ਚੇਂਜਸ ਸੀ ਬਿਲਕੁਲ। ਤੋ ਮੈਂ ਮਤਲਬ ਜਾਣਨਾ ਚਾਹਣਾ ਕਿ ਤੁਸੀਂ ਜਿਹੜਾ ਇੱਕ ਪਹਿਲਾਂ ਤੋਂ ਆਪਾਂ ਸਟਾਰਟ ਕਰੀਏ ਸਰ ਲੋਕੇਸ਼ਨ ਬਾਰੇ ਅਗਰ ਆਪਾਂ ਗੱਲ ਕਰੀਏ ਯੂਨੀਵਰਸਿਟੀ ਤਾਂ ਥੋੜਾ ਜਿਹਾ ਸਰ ਉਹਦੇ ਬਾਰੇ ਸਾਨੂੰ ਦੱਸੋਗੇ ਜੀ ਕਿੱਥੇ ਲੋਕੇਸ਼ਨ ਹੈਗੀ ਆ ਐਂਡ ਉਹਦਾ ਕਿੱਦਾਂ ਬੈਨੀਫਿਟ ਹੋਊਗਾ ਬੱਚਿਆਂ ਨੂੰ ਉਸ ਲੋਕੇਸ਼ਨ ਤੋਂ ਲਾਈਕ ਉਹਦਾ ਵੀ ਸਭ ਫੋਰ। ਬਿਲਕੁਲ ਸਰ। ਸਰ ਫਸਟ ਆਫ ਆਲ ਥੈਂਕ ਯੂ ਸੋ ਮਚ ਤੁਸੀਂ ਓਪਰਚੁਨਿਟੀ ਦਿੱਤੀ ਕਿ ਅਸੀਂ ਤੁਹਾਡੇ ਥਰੂ ਬੱਚਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਦੇ ਨਾਲ ਜਾਂ ਜੋ ਵੀ ਉਹਨਾਂ ਨੂੰ ਗਾਈਡ ਕਰਦਾ ਉਹਨਾਂ ਦੇ ਨਾਲ ਅਸੀਂ ਗੱਲ ਕਰੀਏ ਤਾਂ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ। ਜਿੱਦਾਂ ਤੁਸੀਂ ਦੱਸਿਆ ਇਟ ਇਜ਼ ਵੈਰੀ ਇੰਪੋਰਟੈਂਟ ਇਨ ਦਿਸ ਟਾਈਮ ਜਦੋਂ ਅਸੀਂ ਕੁਆਲਿਟੀ ਵੱਲ ਮੂਵ ਕਰ ਰਹੇ ਹਾਂ ਬਟ ਕੁਆਂਟੀਟੀ ਤੋਂ ਮੂਵ ਕਰ ਰਹੇ ਹਾਂ ਬਿਕਾਜ਼ ਕੈਨੇਡਾ ਵਾਸ ਆਲਵੇਜ਼ ਅ ਫੇਵਰਿਟ ਡੈਸਟੀਨੇਸ਼ਨ। ਅੱਜ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਚੇਂਜਸ ਹੋਏ ਦੋਜ਼ ਚੇਂਜਸ ਵਰ ਰਿਕੁਆਇਰਡ but having all those changes at suddenly in just span of few months, that is one thing which has impacted the sentiments of the students and the parents of course. ਅਸੀਂ ਉਹਦੀ ਵੀ ਗੱਲ ਕਰਾਂਗੇ but yes, let's start with the beginning. University is in Toronto. We are rightly in the heart of Toronto. We are in downtown Toronto. ਉਹਦੇ downtown Toronto ਹੋਣ ਦੇ ਫਾਇਦੇ ਬੱਚਿਆਂ ਨੂੰ ਕੀ ਹੈ that is very important to know. A university ਜੇ ਸਾਡੀ it's far in provinces ਉਹਦੇ ਨੁਕਸਾਨ ਕੀ ਹੈ it is very important to know. We are a business based university. Business is in the name of the university, international business we are trusting. So if we are teaching business we have to be very relevant in the market. ਜਦੋਂ ਅਸੀਂ ਗੱਲ ਕਰਦੇ ਨਾ relevancy ਦੀ ਕਿ ਅਸੀਂ ਕੀ ਪੜ੍ਹ ਰਹੇ ਹਾਂ ਉਹਦੀ ਇੰਪਲੀਮੈਂਟੇਸ਼ਨ ਅਸੀਂ ਕਿੱਦਾਂ ਕਰਨੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ ਜਦੋਂ ਬੱਚਾ ਪੜ੍ਹ ਰਿਹਾ ਉੱਥੇ ਇੱਕ ਬਿਜ਼ਨਸ ਪ੍ਰੋਗਰਾਮ ਪੜ੍ਹ ਰਿਹਾ ਔਰ ਬੱਚਾ ਯੂਨੀਵਰਸਿਟੀ ਪੜ੍ਹਨ ਤੋਂ ਬਾਹਰ ਨਿਕਲਦਾ ਇਟ ਇਜ਼ ਆਲ ਬਿਜ਼ਨਸ ਅਰਾਊਂਡ ਦ ਯੂਨੀਵਰਸਿਟੀ। ਦੇਰ ਆਰ 5 ਮੇਜਰ ਬੈਂਕਸ which are in just a span of 10-15 minutes of walking distance. We are surrounded by biggest consultancies around the same campus ਜਿੱਥੇ ਸਾਡਾ ਕੈਂਪਸ ਹੈ ਸੀ। ਸੋ ਜਦੋਂ ਬੱਚਾ ਉਸ ਇਨਵਾਇਰਨਮੈਂਟ ਦੇ ਵਿੱਚ ਬੈਠਦਾ ਹੈ ਬੱਚਾ ਬਿਲਡਿੰਗ ਤੋਂ ਬਾਹਰ ਨਿਕਲਦਾ ਜਾਂ we have subway right in the same building. When the students are having their meal ਉਹ ਬੱਚੇ ਦੇਖਦੇ ਆ corporates ਨੂੰ interact ਕਰਦੇ ਹੋਏ ਦੇਖਦੇ and they get a chance to interact with them giving introduction of themselves. ਇਹ ਸਭ ਚੀਜ਼ਾਂ ਬੱਚਾ ਜਦੋਂ ਦੇਖਦਾ ਹੈ ਨਾ ਬੱਚੇ ਦੇ ਵਿੱਚ ਆਪਣੇ ਆਪ 'ਚ ਇੱਕ ਕਾਰਪੋਰੇਟ ਫੀਲ ਆਉਂਦੀ ਹੈ ਯੋਹਾਨ ਬੰਦਾ ਐਗਜ਼ੈਕਟਲੀ ਕਿ ਮੈਂ ਪੜ੍ਹਨ ਤੋਂ ਬਾਅਦ ਕਰਨਾ ਕੀ ਹੈ ਉਹ ਮੈਂ ਪੜ੍ਹਾਈ ਕਰਦੇ ਮੈਂ ਦੇਖ ਰਿਹਾ। ਸੋ ਦੈਟ ਇਜ਼ ਵਾਈ ਵੈਨ ਯੂ ਮੈਂਸ਼ਨ ਲੋਕੇਸ਼ਨ ਇਜ਼ ਅ ਮੋਸਟ ਇੰਪੋਰਟੈਂਟ ਐਸਪੈਕਟ ਆਫ ਐਰੀ ਯੂਨੀਵਰਸ। ਯਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਲੋਕੇਸ਼ਨ ਬਿਲਕੁਲ। ਐਂਡ ਸਰ ਜਿੱਦਾਂ ਤੁਸੀਂ ਆਪਾਂ ਦੇਖ ਰਹੇ ਕਿ ਲਾਈਕ IBU ਪਹਿਲਾਂ ਵੀ ਅਸੀਂ ਕਾਫੀ ਸਾਰੇ ਬੱਚੇ ਰਿਕਰੂਟ ਕਰ ਚੁੱਕੇ ਹਾਂ ਬੱਚੇ ਬਹੁਤ ਦੇ ਆਰ ਵੈਰੀ ਹੈਪੀ। ਤਾਂ ਮੈਂ ਸਰ ਮਤਲਬ ਪ੍ਰੋਗਰਾਮਸ ਨੂੰ ਲੈ ਕੇ ਕਿ ਮੈਨੂੰ ਦੱਸੋਗੇ ਜੀ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਤੇ ਇਨੀਸ਼ੀਏਟਿਵ ਕਿਹੜੇ ਪ੍ਰੋਗਰਾਮ ਹੈਗੇ ਆ ਜਾਂ ਤੁਹਾਡੇ ਕਿਹੜੇ ਪ੍ਰੋਗਰਾਮ ਅਗਰ ਨਹੀਂ ਹੈਗੇ ਤਾਂ ਸਾਨੂੰ ਉਹਦੇ ਬਾਰੇ ਵੀ ਦੱਸੋ ਕੀ ਕਹਿੰਦਾ ਜੀ ਐਂਡ ਲਾਈਕ ਸਪਾਊਸ ਦੀ ਐਲੀਜੀਬਿਲਟੀ ਕਿਉਂਕਿ ਮੇਜਰ ਜਿਹੜੇ ਆਪਾਂ ਨੂੰ ਪਤਾ ਕਿ ਬੇਸਿਕਲੀ ਪੰਜਾਬ ਰੀਜਨ ਇੱਦਾਂ ਦਾ ਰੀਜਨ ਹੈਗਾ ਕਿ ਜਿੱਥੋਂ ਜ਼ਿਆਦਾਤਰ ਮਤਲਬ ਕੇਸਿਸ ਇੱਦਾਂ ਦੇ ਨਿਕਲਦੇ ਆ। ਅਗਰ ਆਪਾਂ ਗੱਲ ਕਰੀਏ ਕਿ ਕੈਨੇਡਾ ਨੂੰ ਲੈ ਕੇ ਉਹ ਫੈਮਿਲੀ ਇੱਕ ਫਿਊਚਰ ਵੀ ਪਲਾਨ ਹੁੰਦਾ ਨਾ ਐਪਸੋਰੀ ਅਸੀਂ ਪੜ੍ਹਨਾ ਵੀ ਆ ਤੇ ਉੱਥੇ ਸੈਟਲ ਵੀ ਹੋਣਾ ਜੀ। ਸੋ ਉਸ ਨੂੰ ਲੈ ਕੇ ਸਾਰਾ ਸਾਨੂੰ ਤੁਸੀਂ ਬਿਲਕੁਲ ਠੀਕ ਕਰ ਰਹੇ। ਈਵਨ ਯੂਨੀਵਰਸਿਟੀ ਦਾ ਮੋਟੋ ਸਾਡਾ ਇਹ ਆ ਕਿ ਅਸੀਂ ਕਰੀਅਰ ਨੂੰ ਤੁਹਾਡੇ ਐਸਟੈਬਲਿਸ਼ ਕਰਨਾ ਬਟ ਵੀ ਡੋਂਟ ਵਾਂਟ ਯੂ ਟੂ ਗੈਟ ਸੈਪਰੇਟਡ ਫਰੋਮ ਯੂਰ ਫੈਮਲੀਜ਼। We want the families to be prosperous along with your education. That is why ਜਿਹੜਾ ਸਾਡਾ MBA ਦਾ ਪ੍ਰੋਗਰਾਮ ਹੈ we have a open spouse work permit available in the same program. ਇਹਦਾ ਮਤਲਬ ਕੀ ਆ ਕਿ ਜੇ ਪ੍ਰਾਇਮਰੀ ਕੈਂਡੀਡੇਟ ਜਿਹੜਾ ਆ ਉਹ ਉੱਥੇ ਪੜ੍ਹਾਈ ਕਰ ਰਿਹਾ ਤਾਂ ਉਹਦਾ ਸਪਾਊਸ ਜਿਹੜਾ ਆ ਬੱਚੇ ਦਾ ਉਹ ਐਲੀਜੀਬਲ ਹੈਗਾ ਫ੍ਰੀ ਓਪਨ ਵਰਕ ਪਰਮਿਟ ਦੇ ਲਈ। Day 1 ਤੋਂ ਜੋ ਕੈਨੇਡਾ ਦੇ ਵਿੱਚ ਲੈਂਡ ਹੁੰਦੇ ਉਹ ਕੰਮ ਕਰ ਦੈਟ ਇਜ਼ ਦੀ ਪ੍ਰੋਗਰਾਮ ਅਵੇਲੇਬਲ ਲੀਗਲੀ ਅਲਾਉਡ ਆ ਉਹਨਾਂ ਨੂੰ ਕੰਮ ਕਰਨਾ ਰਾਈਟ। ਸੋ ਇਹ ਕਿੱਦਾਂ ਸਪੋਰਟਿਵ ਆ ਵਨ ਯੂ ਆਰ ਨਾਟ ਗੈਟਿੰਗ ਸੈਪਰੇਟਡ ਫਰੋਮ ਯੂਰ ਫੈਮਲੀਜ਼ ਦੈਟ ਇਜ਼ ਵਾਟ ਵੀ ਪ੍ਰਮੋਟ ਇਨ ਕੈਨੇਡਾ। We promote that the students should be along with their families. They're growing in life. Their generations are growing.
ਜਦੋਂ ਬੱਚਾ ਆਪਣੇ ਸਪਾਊਸ ਦੇ ਨਾਲ ਆਊਗਾ, ਇੱਕ ਤਾਂ ਉਹਦਾ ਲੋਡ ਘਟਣਾ ਬਿਕਾਜ਼ ਉਹਦਾ ਸਪਾਊਸ ਕੰਮ ਕਰ ਰਿਹਾ, ਦੇ ਵਿਲ ਹੈਲਪ them financially, they will support them mentally, ਜੀ ਉਹ ਸਾਰੀ ਸਪੋਰਟ ਬੱਚੇ ਨੂੰ ਮਿਲਦੀ ਹੈ। ਸੋ ਡੈਫੀਨਿਟਲੀ ਵੀ ਹੈਵ ਅ ਪ੍ਰੋਗਰਾਮ, MBA ਪ੍ਰੋਗਰਾਮ ਕਮਸ ਵਿਦ ਦਿਸ ਓਪਨ ਸਪਾਊਸ ਵਰਕ। ਸੈਕਿੰਡ ਜਿਹੜਾ ਤੁਸੀਂ ਐਸਪੈਕਟ ਨੂੰ ਟੱਚ ਕੀਤਾ ਕਿ ਪੜ੍ਹਾਈ ਬਹੁਤ ਇੰਪੋਰਟੈਂਟ ਆ, ਪ੍ਰੋਗਰਾਮਸ that we have at undergraduate level, BCom honors program that we have, master level the MBA program that we have, all the programs are eligible for the students to apply for work permit. We have a post-study work permit in all the programs that we have with us because we have specialization both under BCom and master level. We got our DLI approved institution. We have DLI, all the program which a student will apply, whether it is an undergraduate program ਜਾਂ master level ਦਾ program ਹੈ ਜੀ, ਬੱਚਾ ਉੱਥੇ post study work permit up to 3 year is eligible. So program ਸਾਰੇ post study work permit eligible are. Eligible MBA apart from the post study work permit, the student will get open spouse work permit. So ਆਪਣੀ family ਨੂੰ ਬੁਲਾ ਸਕਦਾ। ਥੈਂਕ ਯੂ। ਜਿੱਦਾਂ ਸਰ ਇਹ ਜਿਹੜੀ ਤੁਸੀਂ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ ਇਹ ਬੜੀ ਯੂਜ਼ਫੁਲ ਹੋਣ ਵਾਲੀ ਆ ਲਾਈਕ ਸਟੂਡੈਂਟਸ ਦੇ ਲਈ, ਜਿੱਦਾਂ ਕਿਉਂਕਿ ਜਦੋਂ ਕੈਨੇਡਾ ਦੀ ਗੱਲ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਇੱਕ ਮਾਈਂਡ ਸੈਟਅਪ ਹੁੰਦਾ ਫੈਮਿਲੀ ਰੀਯੂਨੀਅਨ, ਇੱਕ ਮੇਜਰ ਜਿਹੜਾ ਹੈਗਾ ਪ੍ਰੋਸਪੈਕਟ ਰਹਿੰਦਾ। तो ये इन्फॉर्मेशन रेडी है, We don't want you to get separated from your हाँ बिल्कुल डिनाइड। सो तो ਅੱਖੇ ਨੈਕਸਟ ਸਰ ਜਿਹੜਾ ਹੈਗਾ ਲਾਈਕ ਜਿਹੜਾ ਆਪਾਂ ਨੂੰ ਪਤਾ ਕਿ ਲਾਸਟ ਕੁਝ ਫਿਊ ਮੰਥਸ ਦੇ ਵਿੱਚ ਵੀਜ਼ਾ ਸਕਸੈਸ ਰੇਟ ਕਾਫੀ ਘਟ ਗਿਆ, ਬਟ ਮੈਂ ਜਾਨਣਾ ਚਾਹੁੰਦਾ ਕਿ IBU ਦਾ ਸਕਸੈਸ ਰੇਟ ਜਿਹੜਾ ਹੈਗਾ ਜੀ ਕਿੱਥੇ ਅੱਜ ਕੱਲ੍ਹ ਕੀ ਉਹਦਾ ਸਕਸੈਸ ਰੇਟ ਚੱਲ ਰਿਹਾ ਤੇ ਕਿਉਂ, ਮਤਲਬ ਉਸ ਦੇ ਬਾਰੇ ਥੋੜਾ ਜਿਹਾ ਸਾਨੂੰ ਅਗਰ ਤੁਸੀਂ ਲਾਈਟ ਪਾਉਂਗੇ। ਬਿਲਕੁਲ, ਜਿੱਦਾਂ ਤੁਸੀਂ ਬਿਗਨਿੰਗ ਦੇ ਵਿੱਚ ਕਿਹਾ ਵੀ ਯੂ ਸਟਾਰਟਡ ਵਿਦ ਕਿ ਫਰੋਮ ਲਾਸਟ ਫਿਊ ਮੰਥਸ ਸਿਨੈਰੀਓ ਥੋੜੇ ਚੇਂਜ ਹੋਏ ਨਾ। ਕੈਨੇਡਾ always is known for most immigrant friendly nation. Canada, the policies pro immigrants, they always want the talent from all over the globe should come, they should settle in Canada. That is why one of the post-study work permit. But hoya ki from last couple of months, you can say in the beginning of 2024, provincial attestation letter requirement came into place. See, ਫਿਰ ਉਹ ਤੋਂ ਬਾਅਦ open spouse work permit for any institution who has a program which is lesser than 16 months plus ਹੋਇਆ ਹੋਣਾ ਬੰਦ ਹੋ right. ਸੇ ਇਹ ਸਾਰੇ ਜਿਹੜੇ ਸਟੈਪ ਹੋਏ ਸੀ ਨਾ, ਇਹ all these steps are towards maintaining a quality of students because we have seen ਇੱਦਾਂ ਦੇ ਜਦੋਂ institution ਵੀ ਹੁੰਦੇ, there are many couple of institutions who are not up to the level which a student should have when they come to Canada, or the expectation of students are not met when they come to Canada. ਉਹਨਾਂ ਚੀਜ਼ਾਂ ਨੂੰ ਦੇਖਣ ਲਈ ਸਰਕਾਰ ਨੇ ਉਹਦੀ ਕੈਨੇਡੀਅਨ ਗਵਰਨਮੈਂਟ ਨੇ ਰੈਸਟ੍ਰਿਕਸ਼ਨਸ ਲਗਾਈਆਂ। ਉਹ ਰੈਸਟ੍ਰਿਕਸ਼ਨ ਇੰਪੋਜ਼ ਕਰਨ ਦਾ ਮੋਟਿਵ ਇਹ ਸੀਗਾ ਕਿ ਕੈਨੇਡਾ ਦੇ ਵਿੱਚ ਕੁਆਲਿਟੀ ਨੂੰ ਮੇਨਟੇਨ ਕੀਤਾ ਜਾਵੇ। ਉਹਦੇ ਨਾਲ ਕੀ ਹੋਇਆ, ਬਿਕਾਜ਼ ਜਿਹੜਾ ਬੱਚਾ ਪਹਿਲਾਂ ਫॉर ਐਗਜ਼ਾਮਪਲ 6 ਬੈਂਡ ਜਾਂ 6 ਤੋਂ ਘੱਟ ਬੈਂਡ ਦੇ ਨਾਲ ਵੀ ਆ ਜਾਂਦਾ ਸੀ, ਉਹਦਾ ਵੀ ਵੀਜ਼ਾ ਐਕਸੈਪਟ ਹੋ ਜਾਂਦਾ ਸੀ। ਉਹਨਾਂ ਦੀ ਰੈਸਟ੍ਰਿਕਸ਼ਨਸ ਵਧੀਆਂ, ਉਹਨਾਂ ਦੇ ਵੀਜ਼ਾ ਆਨੇ ਬੰਦ ਹੋਏ because they have now put in lot of quality restrictions in place. ਵੀਜ਼ਾ ਦਾ ਰੇਟ ਜਿਹੜਾ ਘਟ ਗਿਆ ਉਹਦੇ ਨਾਲ, ਕਿਉਂਕਿ ਕੁਆਲਿਟੀ ਬੱਚਾ ਹੁਣ ਸਿਰਫ ਮੂਵ ਕਰ ਰਿਹਾ ਕੈਨੇਡਾ, ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ, ਜਿਨ੍ਹਾਂ ਦੇ ਬੈਂਡ ਅੱਛੀ ਹੈ, ਐਜੂਕੇਸ਼ਨ ਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜਾ ਦੀ ਅੱਛੀ ਹੈ। ਸੋ ਉਸ ਚੀਜ਼ ਨੂੰ ਉੱਥੇ ਲਿਆਉਣ ਦੇ ਲਈ ਜਿਹੜੇ ਇੰਪੋਜ਼ ਕੀਤੇ ਗਏ ਉਹਨਾਂ ਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਰਿਜੈਕਸ਼ਨਸ ਵੀ ਆਈਆਂ that we have seen in last ਕਵਰ ਮੰਥਸ ਆਪਾਂ ਦੇਖੇ absolutely. So university ਦਾ if you see, being a university and the programs that we have is post-study work permit eligible, and now since the requirements are minimum 6.5, no band lesser than 6, so all these parameters what they are indicating is now we are getting only the quality students. So ਜਦੋਂ quality students anda, when their file is there in the embassy, Canadian embassy, so the chances of getting the visas are always high. That is why we have seen the university has a much higher visa approval rate than a normal average Canadian study book. ਮਤਲਬ ਜ਼ਿਆਦਾ ਤੁਸੀਂ ਕਹਿ ਰਹੇ ਹੋ ਕਿ ਮਤਲਬ ਮੋਸਟਲੀ ਜਿਹੜਾ ਹੈਗਾ ਅੱਛਾ ਸਕਸੈਸ ਰੇਟ IBU ਦਾ ਆਲਵੇਜ਼ ਰਿਹਾ, ਜਸਟ ਬਿਕੋਜ਼ ਆਫ ਜਿੱਦਾਂ ਮਿਸਟਰ ਦੀਪਕ ਨੇ ਦੱਸਿਆ ਕਿ ਅੱਛਾ ਲਾਈਕ ਜਿਹੜਾ ਹੈਗਾ ਸਟੂਡੈਂਟ ਕੁਆਲਿਟੀ ਸਟੂਡੈਂਟ ਗਿਆ, ਅੱਛੇ ਬੈਂਡਸ ਆ, ਅੱਛੇ ਉਹਦੇ ਮਾਰਕਸ ਹੈਗੇ ਆ, ਸੋ ਵੀਜ਼ਾ ਸਕਸੈਸ ਰੇਟ ਦੇ ਵਿੱਚ ਉਹਨਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ। ਸੋ ਅਗਰ ਆਪਾਂ ਵੀ ਵੀਜ਼ਾ ਲੈਣਾ ਚਾਹੁੰਦੇ ਤਾਂ ਬੱਚਿਆਂ ਨੂੰ ਮੈਂ ਇਹੀ ਗੱਲ ਕਹਿਣਾ ਕਿ ਥੋੜਾ ਮਿਹਨਤ ਕਰੋ, ਆਇਲਸ ਦੇ ਜਿਹੜਾ ਤੁਸੀਂ ਦੇ ਰਹੇ ਹੋ ਟੈਸਟ ਉਹਦੇ ਤੇ ਅੱਛੀ ਮਿਹਨਤ ਕਰੋ, ਅੱਛੇ ਬੈਂਡਸ ਲਓ, ਈਵਨ ਤੁਸੀਂ ਅਗਰ PT ਕਰੇ। ਅੱਛਾ ਸਰ ਲਾਸਟ ਸਰ ਇੱਕ ਹੈਗਾ ਜੀ ਜਿਹੜਾ ਲੀਸਟ ਨਹੀਂ ਹੈਗਾ, ਲਾਈਕ ਆਪਾਂ ਗੱਲ ਕਰੀਏ
ਕੈਨੇਡਾ ਓਵਰਆਲ ਤੁਸੀਂ ਮਤਲਬ ਕੀ ਦੇਖ ਰਹੇ ਹੋ ਫਿਊਚਰ ਮਾਰਕੀਟ ਨੂੰ ਲੈ ਕੇ ਐਂਡ ਪ੍ਰੈਜ਼ੈਂਟ ਸਿਨੈਰੀਓ ਕੀ ਹੈਗਾ ਲਈ ਕੈਨੇਡਾ? ਐਜੂਕੇਸ਼ਨ ਦੇ ਵਿੱਚ ਇੰਟਰਨੈਸ਼ਨਲ ਐਜੂਕੇਸ਼ਨ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ, ਨਾਟ ਜਸਟ ਪੰਜਾਬ, ਓਵਰਆਲ ਇੰਡੀਆ ਔਰ ਸਾਊਥ ਏਸ਼ੀਆ ਔਰ ਇਵਨ ਗਲੋਬਲੀ, ਇਹ ਟ੍ਰੈਂਡ ਹਮੇਸ਼ਾ ਚੱਲਦਾ ਆਇਆ। ਬੱਚਾ ਇੱਕ ਜਗ੍ਹਾ ਤੋਂ ਕੁਆਲਿਟੀ ਆਫ ਐਜੂਕੇਸ਼ਨ ਦੇ ਲਈ ਹਮੇਸ਼ਾ ਮੂਵ ਕੀਤਾ ਅੱਗੇ, ਔਰ ਮੂਵ ਬਿਗ ਫੋਰ ਦੇ ਵਿੱਚ ਹਮੇਸ਼ਾ ਕੈਨੇਡਾ, US, ਆਸਟ੍ਰੇਲੀਆ, UK, ਦੇ ਹੈਵ ਆਲਵੇਜ਼ ਇੰਜੋਇਡ ਬੀਇੰਗ ਅ ਬਿਗ ਫੋਰ ਸੈਕਟਰਸ ਫॉर ਇੰਟਰਨੈਸ਼ਨਲ ਐਜੂਕੇਸ਼ਨ। ਉਹਨਾਂ ਦੇ ਵਿੱਚ ਹਾਊ Canada has always been pro-immigrant. Canadian education has always been giving more and more liberty to these students. Students are getting post-study work permit, right, more and more. Now, if we see in recent scenario, because of all these changes that we have discussed, कुछ महीने तो market the sentiments ਥੋੜ੍ਹੇ ਜਿਹੇ ਨੈਗੇਟਿਵ ਸੀਗੇ। ਰੀਜ਼ਨ ਕੀ ਸੀ ਕਿ ਜਿਹੜੀ ਪ੍ਰੋਫਾਈਲ ਬੱਚਿਆਂ ਦੀ ਕੱਲ੍ਹ ਐਕਸੈਪਟ ਹੋ ਰਹੀ ਸੀ ਉਹ ਹੁਣ ਐਕਸੈਪਟ ਨਹੀਂ ਹੋਈ ਇਨ ਲਾਸਟ ਕਪਲ ਆਫ ਮੰਥਸ, ਬਿਕਾਜ਼ ਨਾਓ ਦੀ ਗਵਰਨਮੈਂਟ ਵਾਂਟਸ, ਦੀ ਕੈਨੇਡੀਅਨ ਗਵਰਨਮੈਂਟ ਵਾਂਟਸ ਦੀ ਕੁਆਲਿਟੀ ਆਫ ਸਟੂਡੈਂਟ, ਬਿਕਾਜ਼ ਜਿਹੜਾ ਸਟੂਡੈਂਟ ਇੱਕ ਵਾਰੀ ਕੈਨੇਡਾ ਪਹੁੰਚਦਾ ਉਹਨਾਂ ਨੂੰ ਜੌਬ ਦੇਣ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਬਣਦੀ ਹੈ, quality of education dena, fir bachcha di placement, though this factor is not talked about much, but this is very important that after education, whether you're doing the blue collar jobs or you're doing the jobs which are relevant to the studies, the studies which you have already completed, so ਉਹ relevancy ਇੱਕ institution ਦੇ ਹੱਥ ਦੇ ਵਿੱਚ ਹੁੰਦੀ ਹੈ। That is why ਹੁਣ Canada is moving towards quality oriented programs, quality ही आंदी पई है, and the government is also trying to promote Canada as a destination which is pro-immigrant, but yes, at the same level we are not compromising in the quality of students. Canada at the moment, I would say, is again the preferred destination. Why? Because of the recent changes that we have seen, the white paper in UK, the US policies, the Trump administration being so tough on international students, the restrictions of Australian, education committee. So if you see, compare, we are again left with the very best opportunity, which is Canada as a destination. Always number one. Absolutely obvious. No, so much. ਥੈਂਕ ਯੂ ਸੋ ਮਚ ਮਿਸਟਰ ਦੀਪਕ। ਸਾਨੂੰ ਲੱਗਦਾ ਕਿ ਜਿਹੜੀ ਇਨਫੋਰਮੇਸ਼ਨ ਹੈਗੀ ਤੁਹਾਡੀ ਬਾਈਟ ਸਾਈਡ ਬਹੁਤ ਯੂਜ਼ਫੁਲ ਹੋਣ ਵਾਲੀ ਹੈ ਬੱਚਿਆਂ ਦੇ ਲਈ, ਤਾਂ ਕਿ ਜਿਹੜਾ ਉਹ ਆਪਣਾ ਭਵਿੱਖ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਪੜ੍ਹ ਕੇ ਸਿਕਿਉਰ ਕਰ ਸਕਣ। ਥੈਂਕ ਯੂ ਸੋ ਮਚ। Thank you so much, sir, for inviting me and giving this opportunity to speak to the students. Please, I would request you to come visit the office. You have any query? It's a brand which is in the market serving for quality education. So come visit the office and get the best education services. Thank you so much. Thank you.